ਕੀ ਕਰੋਗੇ, ਤੁਹਾਡੇ ਤਾਂ ਇਕੱਲੀ ਕੁੜੀ ਆ। ਇਹ ਵਿਚਾਰੇ ਤਾਂ ਊਣੇ ਆ, ਇੱਕ ਵਰਡ ਯੂਜ਼ ਕੀਤਾ ਜਾਂਦਾ ਊਣੇ, ਠੀਕ ਹੈ। ਇੱਕ ਤਰਸ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰਤਾ ਉਹਨਾਂ ਨੇ ਕਿ ਤੁਹਾਡੇ ਕੋਲੇ ਤਾਂ ਇੰਨੀ ਪ੍ਰੋਪਰਟੀ ਆ, ਤੁਹਾਨੂੰ ਕੋਈ ਮਨਾ ਥੋੜੀ ਕਰੂਗਾ, ਤੁਸੀਂ ਦੁਬਾਰਾ ਵਿਆਹ ਕਰਾ ਲਓ। ਇਹਨਾਂ ਨੂੰ ਮਾਂ ਬੇਟੀ ਨੂੰ ਤੁਸੀਂ ਘਰੋਂ ਕੱਢ ਦਿਓ। ਜਦੋਂ ਕੁੜੀ ਦਾ ਜਨਮ ਹੁੰਦਾ ਇਹੀ ਕੁਝ ਹੁੰਦਾ। ਅੱਜ ਦੇ ਟਾਈਮ ਤੇ ਕਹਿ ਦਿੰਦੇ ਆ ਕਿ ਬਹੁਤ ਜ਼ਿਆਦਾ ਅਵੇਅਰਨੈਸ ਆ ਗਈ ਆ, ਬਟ ਟੂ ਬੀ ਵੈਰੀ ਫਰੈਂਕ ਅਵੇਅਰਨੈਸ ਆਈ ਨਹੀਂ ਆ। ਇੱਕ ਚੀਜ਼ ਆਪਣੇ ਅੰਦਰ ਹੁੰਦੀ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਦਿਓ। ਉਸਨੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਰੋਡ ਸੀ, ਮੈਂ ਅੱਗੋਂ ਰੋਡ ਚੱਕਿਆ। ਕਹਾਣੀਆਂ ਵੀ ਉਹਨਾਂ ਦੀਆਂ ਛਪਦੀਆਂ ਜਿਨ੍ਹਾਂ ਦੀ ਕੋਈ ਕਹਾਣੀ ਹੁੰਦੀ ਆ। ਹੈਲੋ ਗਾਇਸ, this side ਖੁਸ਼ਦੀਪ ਬਰਾੜ। ਬੇਸਿਕਲੀ ਮੇਰਾ ਬਿਜ਼ਨਸ ਸੈਟਅਪ ਹੈ ਵਾਫ ਐਂਟਰਪ੍ਰੈਨਿਓਰ ਨਾਲ। ਬਟ ਜੇ ਅੱਜ ਗੱਲ ਕਰਾਂਗੇ, ਅੱਜ ਗੱਲ ਬਿਜ਼ਨਸ ਦੀ ਨਹੀਂ ਕਰਾਂਗੇ, ਅੱਜ ਗੱਲ ਕਰਾਂਗੇ ਕਿ ਬਿਜ਼ਨਸ ਤੱਕ ਪਹੁੰਚਣ ਲਈ ਮਾਈਂਡਸੈਟ ਕਿਵੇਂ ਬਣਿਆ। ਬਿਜ਼ਨਸ ਤੱਕ ਪਹੁੰਚਣ ਲਈ ਜਿਹੜੀ ਜਰਨੀ ਸੀ ਉਹ ਇੱਕ ਹਾਈਵੇ ਵਾਂਗੂ ਨਹੀਂ ਸੀ, ਉਹ ਇੱਕ ਆਫ ਰੋਡਿੰਗ ਜਰਨੀ ਸੀ। ਉਹ ਜਰਨੀ ਨੂੰ ਕਿਵੇਂ ਮੈਂ ਟਰੈਵਲ ਕੀਤਾ, ਕਿਵੇਂ ਉੱਥੋਂ ਤੱਕ ਪਹੁੰਚਿਆ। ਬੇਸਿਕਲੀ ਜੇ ਗੱਲ ਕੀਤੀ ਜਾਵੇ ਮੇਰੇ ਏਰੀਆ ਦੀ, ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੈਤੋ ਇੱਕ ਏਰੀਆ ਪੈਂਦਾ। ਜੈਤੋ ਏਰੀਏ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਮੱਤਾ, ਰਾਈਟ। ਅਤੇ ਜੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਡਿਵੈਲਪਮੈਂਟ ਦੇ ਅਕੋਰਡਿੰਗ ਮਤਲਬ ਉਸ ਏਰੀਏ ਨੂੰ ਕਾਫੀ ਬੈਕਵਰਡ ਮੰਨਿਆ ਜਾਂਦਾ, ਰਾਈਟ। ਬਟ ਬੈਕਵਰਡ ਸਿਰਫ ਸੋਚ ਹੁੰਦੀ ਆ। ਜੇ ਬੈਕਵਰਡ ਏਰੀਆ ਤੋਂ ਬਿਲੋਂਗ ਕਰਦੇ ਆ ਨਾ, ਤਾਂ ਉਹਨੂੰ ਅੱਗੇ ਕਿਹਨੇ ਲੈ ਕੇ ਆਉਣਾ। ਜੇ ਉੱਥੋਂ ਕੋਈ ਪਰਸਨੈਲਿਟੀ ਨਿਕਲੂਗੀ, ਉਸ ਏਰੀਆ ਨੂੰ ਫੇਮਸ ਕਰੂਗੀ, ਫਿਰ ਹੀ ਉਹ ਏਰੀਆ ਤੁਹਾਡਾ ਹਾਈਲਾਈਟ ਹੋਊਗਾ, ਫਿਰ ਹੀ ਉਹ ਏਰੀਆ ਅੱਗੇ ਆਊਗਾ। ਬੇਸਿਕਲੀ ਜੇ ਮੇਰੀ ਸਟੋਰੀ ਦੀ ਗੱਲ ਕੀਤੀ ਜਾਵੇ ਤਾਂ ਸਟੋਰੀ ਮਤਲਬ ਬਹੁਤ ਲੋਕ ਰਿਲੇਟ ਕਰਨਗੇ। ਬੜੀ ਕਾਮਨ ਜੀ ਸਟੋਰੀ ਆ। ਤੁਹਾਡੇ ਖੁਦ ਨਾਲ ਉਹ ਚੀਜ਼ਾਂ ਹੁੰਦੀਆਂ ਹੋਣਗੀਆਂ, ਨਹੀਂ ਤਾਂ ਤੁਸੀਂ ਆਪਦੇ ਘਰ 'ਚ ਜਾਂ ਆਪਦੇ ਆਂਢ ਗੁਆਂਢ 'ਚ ਆਪਦੇ ਆਸ-ਪਾਸ ਉਹ ਚੀਜ਼ਾਂ ਹੁੰਦੀਆਂ ਦੇਖੀਆਂ ਹੋਣਗੀਆਂ, ਰਾਈਟ। ਬੇਸਿਕਲੀ ਆਈ ਐਮ ਅ ਸਿੰਗਲ ਗਰਲ ਚਾਈਲਡ, ਠੀਕ ਹੈ। ਮੇਰੇ ਕੋਈ ਬ੍ਰਦਰ ਜਾਂ ਸਿਸਟਰ ਨਹੀਂ ਹੈ, ਅਤੇ ਫੈਮਿਲੀ ਬੈਕਗਰਾਊਂਡ ਬਹੁਤ ਅੱਛਾ ਰਿਹਾ, ਕਾਫੀ ਰੋਇਲ ਫੈਮਿਲੀ ਬੈਕਗਰਾਊਂਡ ਰਿਹਾ, ਠੀਕ ਹੈ। ਅਤੇ ਪੇਰੈਂਟਸ ਨੂੰ ਇਸ ਚੀਜ਼ ਤੋਂ ਕੋਈ ਦਿੱਕਤ ਨਹੀਂ ਸੀ। ਪੇਰੈਂਟਸ ਨੇ ਤਾਂ ਬਹੁਤ ਖੁਸ਼ੀਆਂ ਮਨਾਈਆਂ ਸੀ ਜਦੋਂ ਮੇਰਾ ਬਰਥ ਹੋਇਆ ਸੀ। ਉਹਨਾਂ ਨੇ ਮਠਿਆਈਆਂ ਵੰਡੀਆਂ ਸੀ 1993 ਦੇ ਵਿੱਚ, ਰਾਈਟ। ਬਟ ਇੱਕ ਚੀਜ਼ ਜਿਹੜੀ ਸੁਸਾਇਟੀ ਹੈ ਨਾ, ਸੁਸਾਇਟੀ ਅਤੇ ਰਿਸ਼ਤੇਦਾਰ, ਉਹਨਾਂ ਨੇ ਇੱਕੋ ਹੀ ਗੱਲ ਕਹੀ, ਕੀ ਕਰੋਗੇ, ਤੁਹਾਡੇ ਤਾਂ ਇਕੱਲੀ ਕੁੜੀ ਆ। ਇਹ ਵਿਚਾਰੇ ਤਾਂ ਊਣੇ ਆ, ਇੱਕ ਵਰਡ ਯੂਜ਼ ਕੀਤਾ ਜਾਂਦਾ ਊਣੇ, ਰਾਈਟ। ਕਹਿੰਦੇ ਇਹ ਵਿਚਾਰੇ ਤਾਂ ਊਣੇ ਆ, ਠੀਕ ਹੈ। ਕੀ ਕਰਨਗੇ, ਇੰਨੀ ਜ਼ਮੀਨ ਜਾਇਦਾਦ ਆ, ਇਹਨਾਂ ਦਾ ਤਾਂ ਕੋਈ ਵਾਰਿਸ ਹੀ ਨਹੀਂ ਹੈਗਾ, ਠੀਕ ਹੈ। ਇੱਕ ਤਰਸ ਦੀ ਨਿਗਾਹ ਨਾਲ ਦੇਖਣਾ ਸ਼ੁਰੂ ਕਰਤਾ ਉਹਨਾਂ ਨੇ ਮੋਮ ਡੈਡ ਨੂੰ। ਬਟ ਟੱਚਵੁੱਡ ਮੋਮ ਡੈਡ ਨੇ ਕਦੇ ਖੁਦ ਇਹ ਚੀਜ਼ ਫੀਲ ਨਹੀਂ ਕੀਤੀ। ਉਹਨਾਂ ਨੂੰ ਉਹ ਇਸ ਚੀਜ਼ ਤਾਈਂ ਉਹਨਾਂ ਨੇ ਬੋਦਰ ਹੀ ਨਹੀਂ ਕੀਤਾ ਕਿ ਸਾਡੇ ਕੁੜੀ ਹੈ ਜਾਂ ਮੁੰਡਾ। ਉਹਨਾਂ ਦੇ ਦਿਮਾਗ 'ਚ ਇੱਕੋ ਹੀ ਚੀਜ਼ ਸੀ ਕਿ ਇਹ ਸਾਡੀ ਔਲਾਦ ਆ, ਇਹ ਸਾਡਾ ਬੱਚਾ, ਦੈਟਸ ਇਟ, ਠੀਕ ਹੈ। ਬਟ ਜੇ ਗੱਲ ਕਰੀਏ ਫਿਰ ਵੀ ਉਹ ਕਹਿੰਦੇ ਹੁੰਦੇ ਆ ਨਾ ਕਿ ਹਰ ਇਨਸਾਨ ਆਪਦਾ ਬੈਸਟ ਦਿੰਦਾ, ਚਾਹੇ ਕਿਸੇ ਨੂੰ ਨੈਗੇਟਿਵ ਕਰਨ 'ਚ, ਚਾਹੇ ਪੋਜ਼ੀਟਿਵ ਕਰਨ 'ਚ, ਰਾਈਟ। ਤਾਂ ਰਿਸ਼ਤੇਦਾਰਾਂ ਨੇ, ਸਰਾਊਂਡਿੰਗਸ ਨੇ, ਸਾਰਿਆਂ ਨੇ ਆਪਦਾ ਪੂਰਾ ਜ਼ੋਰ ਲਾਇਆ। ਕਿੱਦਾਂ ਜ਼ੋਰ ਲਾਇਆ ਕਿ ਜਦੋਂ ਪਤਾ ਚੱਲਿਆ ਕਿ ਮੇਰੇ ਤੋਂ ਬਾਅਦ ਕੋਈ ਬੇਬੀ ਨਹੀਂ ਹੋ ਸਕਦਾ, ਹੈ ਨਾ, ਅਤੇ ਉਹਨਾਂ ਨੇ ਨੈਗੇਟਿਵ ਕਰਨ ਵਾਸਤੇ ਮਤਲਬ ਪਾਪਾ ਨੂੰ ਬੋਲਣਾ ਸ਼ੁਰੂ ਕਰਤਾ ਕਿ ਤੁਹਾਡੇ ਕੋਲੇ ਤਾਂ ਇੰਨੀ ਪ੍ਰੋਪਰਟੀ ਆ, ਤੁਹਾਨੂੰ ਕੋਈ ਮਨਾ ਥੋੜੀ ਕਰੂਗਾ, ਤੁਸੀਂ ਦੁਬਾਰਾ ਵਿਆਹ ਕਰਾ ਲਓ। ਇਹਨਾਂ ਨੂੰ ਮਾਂ ਬੇਟੀ ਨੂੰ ਤੁਸੀਂ ਘਰੋਂ ਕੱਢ ਦਿਓ, ਰਾਈਟ। ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋਈਆਂ, ਬਟ ਇਹ ਚੀਜ਼ਾਂ ਨਗਲੈਕਟ ਕਰਤੀਆਂ ਉਹਨਾਂ ਨੇ ਟੋਟਲੀ ਉਹਨਾਂ ਨੇ ਮਤਲਬ ਰਿਜੈਕਟ ਹੀ ਕਰਤਾ ਕਿ ਕੋਈ ਪਰਸਨ ਸਾਡੇ ਸਾਹਮਣੇ ਇਹ ਗੱਲ ਨਾ ਕਰੇ, ਰਾਈਟ। ਫਿਰ ਕੀ ਹੋਇਆ, ਇੱਥੇ ਵੀ ਬਸ ਨਹੀਂ। ਫਿਰ ਮਤਲਬ ਜਿਨ੍ਹਾਂ ਦੇ 2-2 ਮੁੰਡੇ ਸੀ, 3-3 ਮੁੰਡੇ ਸੀ, ਹੈ ਨਾ, ਅਤੇ ਫਿਰ ਉਹਨਾਂ ਨੂੰ ਇਹ ਹੋ ਗਿਆ ਕਿ ਸ਼ਾਇਦ ਸਾਡਾ ਮੁੰਡਾ ਇਹ ਅਡੋਪਟ ਕਰ ਲੈਣਗੇ, ਕਿਉਂਕਿ ਇਹਨਾਂ ਕੋਲੇ ਪ੍ਰੋਪਰਟੀ ਬਹੁਤ ਆ, ਤਾਂ ਸਾਡਾ ਬੱਚਾ ਜਿਹੜਾ ਹੈਗਾ ਉਹ ਮਾਲਕ ਬਣ ਜਾਊਗਾ ਇਹਨਾਂ ਦੀ ਪ੍ਰੋਪਰਟੀ ਦਾ, ਰਾਈਟ। ਅਤੇ ਉਹਨਾਂ ਨੇ ਮਤਲਬ ਮਿੱਠੀਆਂ ਮਾਰਨੀਆਂ ਸ਼ੁਰੂ ਕਰਤੀਆਂ, ਨੇੜਤਾ ਵਧਾਉਣੀ ਸ਼ੁਰੂ ਕੀਤੀ। ਬਟ ਫਿਰ ਉਹੀ ਗੱਲ ਕਿ ਮੰਮੀ ਪਾਪਾ ਦੇ ਦਿਮਾਗ 'ਚ, ਈਵਨ ਕਿ ਮੇਰੇ ਦਾਦਾ ਦਾਦੀ ਦੇ ਦਿਮਾਗ 'ਚ ਵੀ, ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਸੀ ਕਿ ਸਾਡਾ ਬੱਚਾ ਹੈਗਾ, ਆਲਰੇਡੀ ਹੈਗਾ ਸਾਡਾ ਬੱਚਾ, ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਆ, ਰਾਈਟ। ਅਤੇ ਫਿਰ ਜਦੋਂ ਇਹ ਚੀਜ਼ਾਂ ਉਹਨਾਂ ਨੇ ਮਤਲਬ ਬਚਪਨ ਤੋਂ ਮੇਰੇ ਅੰਦਰ ਵੀ ਬਿਠਾਉਣੀਆਂ ਸ਼ੁਰੂ ਕੀਤੀਆਂ ਕਿ ਯੂ ਕੈਨ ਡੂ ਐਨੀਥਿੰਗ, ਤੁਸੀਂ ਕੁਛ ਵੀ ਕਰ ਸਕਦੇ ਹੋ। ਬਚਪਨ ਤੋਂ ਹੀ ਉਹਨਾਂ ਨੇ ਮੇਰੇ ਅੰਦਰ ਕੌਨਫੀਡੈਂਸ ਭਰਿਆ। ਮਤਲਬ ਮੈਨੂੰ ਕਦੇ ਅੱਜ ਤੱਕ ਇੱਕ ਵੀ ਐਸਾ ਕੰਮ ਨਹੀਂ ਜੋ ਮੈਨੂੰ ਯਾਦ ਹੋਵੇ ਜੋ ਮੇਰੇ ਮੰਮੀ ਪਾਪਾ ਨੇ ਕਿਹਾ ਹੋਵੇ ਕਿ ਬੇਟਾ ਤੂੰ ਨਹੀਂ ਕਰ ਸਕਦਾ। ਉਹ ਸਿੱਧਾ ਕੰਮ ਦੱਸਦੇ ਨੇ ਕਿ ਖੁਸ਼ ਆਹ ਕੰਮ ਕਰਨਾ, ਕਰਕੇ ਆਓ, ਦੈਟਸ ਇਟ। ਅਤੇ ਉਹ ਚੀਜ਼ਾਂ ਮੇਰੇ ਅੰਦਰ ਡਿਵੈਲਪ ਹੋਣੀਆਂ ਸਟਾਰਟ ਹੋਈਆਂ। ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜਦੋਂ ਮਤਲਬ ਪੂਰਾ ਸਾਰਾ ਵਾਹ ਲਾ ਲਿਆ ਉਹਨਾਂ ਨੇ,
ਰਿਸ਼ਤੇਦਾਰਾਂ ਨੇ, ਸੁਸਾਇਟੀ ਨੇ, ਪਤਾ ਲੱਗ ਗਿਆ ਕਿ ਨਹੀਂ ਕੁਝ ਨਹੀਂ ਹੋ ਸਕਦਾ। ਉਹਨਾਂ ਨੇ ਮਤਲਬ ਮੈਨੂੰ ਵੀ ਦੇਖਿਆ ਕਿ ਹਾਂ ਇਹਨੇ ਰਿਸਪੌਂਸਿਬਿਲਟੀਜ਼ ਜੋ ਲੈਣੀਆਂ ਸਟਾਰਟ ਕਰਤੀਆਂ ਨੇ ਘਰ ਦੀਆਂ, ਹੈ ਨਾ। ਤੇ ਫਿਰ ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਪਲੈਨਿੰਗ ਸੀਗੀਆਂ, ਹੈ ਨਾ, ਤੇ ਉਹ ਇੱਕ ਤਰ੍ਹਾਂ ਨਾਲ ਮਿਟਣੀਆਂ ਸ਼ੁਰੂ ਹੋਈਆਂ, ਹੈ ਨਾ। ਉਹਨਾਂ ਨੂੰ ਲੱਗਿਆ ਵੀ ਨਹੀਂ ਸਾਡਾ ਕੁਝ ਨਹੀਂ ਹੋ ਸਕਦਾ, ਰਾਈਟ। ਤਾਂ ਫਿਰ ਉਹਨਾਂ ਨੇ ਇੱਕ ਆਖਰੀ ਹਥਿਆਰ ਅਪਣਾਇਆ। ਮੈਨੂੰ ਯਾਦ ਆ ਕਿ ਮੇਰੇ ਕਜ਼ਨ ਦੀ ਮੈਰਿਜ ਸੀ, ਰਾਈਟ। ਤੇ ਅਸੀਂ ਸਾਰੇ ਉੱਥੇ ਬੈਠੇ ਹੋਏ ਸੀ। ਜਦੋਂ ਸਾਰੇ ਫੰਕਸ਼ਨ ਜੋ ਸੀ ਫਿਨਿਸ਼ ਹੋਇਆ ਤਾਂ ਮਤਲਬ ਉਹਨਾਂ ਨੂੰ ਮੌਕਾ ਮਿਲ ਗਿਆ, ਇੱਕ ਸਾਰੇ ਬੈਠੇ ਹੋਏ ਸੀਗੇ। ਤੇ ਮੇਰਾ ਮਤਲਬ ਕਜ਼ਨ ਹੀ ਲੱਗਦਾ, ਜੇ ਗੱਲ ਕੀਤੀ ਜਾਵੇ ਤਾਂ ਕਾਫੀ ਨੇੜੇ ਦੀ ਰਿਸ਼ਤੇਦਾਰੀ ਆ, ਜੇ ਬਲੱਡ ਰਿਲੇਸ਼ਨ ਦੀ ਗੱਲ ਕਰੀਏ ਤਾਂ। ਤੇ ਉਹਨੇ ਮੇਰੇ ਪਾਪਾ ਦੀ ਗੱਡੀ ਨੂੰ ਭੰਨਤਾ, ਗੱਡੀ ਦੇ ਸ਼ੀਸ਼ੇ ਵਗੈਰਾ ਤੋੜਤੇ ਤੇ ਪਾਪਾ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ, ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਸ਼ਰਾਬ ਪੀਤੀ ਹੋਈ ਸੀ ਉਹਦੀ। ਤੇ ਜਦੋਂ ਮੈਨੂੰ ਉਸ ਚੀਜ਼ ਦਾ ਪਤਾ ਲੱਗਿਆ, ਹੈ ਨਾ, ਤੇ ਮੈਂ ਫਿਰ ਮਤਲਬ ਸਾਹਮਣੇ ਆ ਗਿਆ ਇੱਕਦਮ। ਇਹ ਉਹੀ ਚੀਜ਼ ਆ, ਮੇਰੇ ਮਾਈਂਡ 'ਚ ਕਦੇ ਇਹ ਨਹੀਂ ਆਉਂਦਾ ਕਿ ਆਈ ਕਾਂਟ, ਮੇਰੇ ਮਾਈਂਡ 'ਚ ਆਉਂਦਾ ਕਿ ਆਈ ਵਿਲ ਐਂਡ ਆਈ ਕੈਨ। ਤੇ ਮੈਂ ਹੀ ਕਰਨਾ, ਕੋਈ ਹੋਰ ਮੇਰੇ ਲਈ ਕਦੇ ਕੁਛ ਨਹੀਂ ਕਰੂਗਾ, ਠੀਕ ਹੈ। ਤੇ ਮੈਂ ਉਹਨੂੰ ਸਾਹਮਣੇ ਆ ਕੇ ਉੱਥੇ ਹੀ ਇਹ ਗੱਲ ਕਹੀ ਸੀ। ਉਹਨੂੰ ਮੈਂ ਪਿੱਛੇ ਕੀਤਾ ਤੇ ਮੈਂ ਉਹਨੂੰ ਕਿਹਾ ਕਿ ਤੇਰੇ 'ਚ ਹਿੰਮਤ ਨਹੀਂ ਹੈਗੀ, ਤੂੰ ਮੇਰੇ ਹੁੰਦੇ ਹੋਏ ਮੇਰੀ ਫੈਮਿਲੀ ਵੱਲ ਅੱਖ ਚੱਕ ਕੇ ਵੀ ਦੇਖ ਲੈ, ਰਾਈਟ। ਚਲੋ ਇਹ ਗੱਲ ਉੱਥੇ ਖਤਮ ਹੋਈ। ਉੱਥੇ ਹੀ ਖਤਮ ਨਹੀਂ ਹੋਈ, ਇਹ ਗੱਲ ਅੰਦਰੇ ਅੰਦਰ ਚੱਲਦੀ ਰਹੀ। ਉਸ ਤੋਂ 2 ਸਾਲ ਬਾਅਦ ਦੂਸਰੇ ਛੋਟੇ ਕਜ਼ਨ ਦੀ ਮੈਰਿਜ ਸੀ, ਤਾਂ ਸੇਮ ਇਨਸੀਡੈਂਟ ਉੱਥੇ ਹੋਇਆ। ਉੱਥੇ ਪਾਪਾ ਨਹੀਂ ਸੀ, ਉੱਥੇ ਉਸਨੇ ਡਾਇਰੈਕਟ ਮੈਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਸੇਮ ਉਹੀ ਸੀ ਕਿ ਇੱਕ ਚੀਜ਼ ਆਪਣੇ ਅੰਦਰ ਹੁੰਦੀ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਦਿਓ। ਉਸਨੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਰੋਡ ਸੀ, ਮੈਂ ਅੱਗੋਂ ਰੋਡ ਚੱਕਿਆ ਕਿ ਜੇ ਹਿੰਮਤ ਹੈ ਤਾਂ ਆ ਅੱਗੇ, ਠੀਕ ਹੈ। ਤੇ ਮਤਲਬ ਉਸ ਚੀਜ਼ ਤੋਂ ਬਾਅਦ ਸ਼ਾਇਦ ਉਹਨਾਂ ਦਾ ਜਿਹੜਾ ਕੌਨਫੀਡੈਂਸ ਸੀਗਾ ਉਹ ਟੁੱਟ ਗਿਆ। ਉਸ ਚੀਜ਼ ਤੋਂ ਬਾਅਦ ਮੈਨੂੰ ਕਦੇ ਡਾਇਰੈਕਟ ਕਿਸੇ ਨੇ ਹਿੱਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਸੇ ਨੇ ਮੇਰੇ ਸਾਹਮਣੇ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੋ ਚੀਜ਼ ਮੇਰੇ ਅੰਦਰ ਮੰਮੀ ਪਾਪਾ ਨੇ ਭਰੀ ਸੀ ਕਿ ਯੂ ਕੈਨ ਡੂ ਐਨੀਥਿੰਗ, ਹਮੇਸ਼ਾ ਮੈਨੂੰ ਉਹਨਾਂ ਨੇ ਇੱਕੋ ਹੀ ਵਰਡ ਬੋਲਿਆ, ਬੇਟਾ ਕਰਕੇ ਦਿਖਾਈ, ਕੁਛ ਵੀ ਕਰ ਪਰ ਕਰਕੇ ਦਿਖਾਈ, ਰਾਈਟ। ਤੇ ਉਹ ਚੀਜ਼ਾਂ ਮਤਲਬ ਬਚਪਨ ਤੋਂ ਹੀ ਮੈਨੂੰ ਉਹਨਾਂ ਚੀਜ਼ਾਂ ਨੇ ਟਿਕਣ ਨਹੀਂ ਦਿੱਤਾ ਕਿ ਮੈਂ ਕੁਛ ਕਰਨਾ। ਉਹਨਾਂ ਨੇ ਕਦੇ, ਮੈਨੂੰ ਯਾਦ ਆ, ਮੈਨੂੰ ਮੇਰੇ ਪਾਪਾ ਨੇ ਅੱਜ ਤੱਕ ਕਦੇ ਘਰ ਦਾ ਜਾਂ ਕਿਚਨ ਦਾ ਕੰਮ ਨਹੀਂ ਕਿਹਾ। ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਨਾ, ਉਹ ਮੈਨੂੰ ਇੱਕੋ ਹੀ ਗੱਲ ਕਹਿੰਦੇ ਆ, ਬੇਟਾ ਮੈਂ ਇੱਥੇ ਜਾਣਾ, ਮੇਰੀ ਗੱਡੀ ਚੈੱਕ ਕਰ ਦੇ, ਮੇਰੀ ਗੱਡੀ ਨੂੰ ਦੇਖ ਲੈ, ਮਤਲਬ ਉਹਦੇ 'ਚ ਸਾਰਾ ਆਇਲਿੰਗ ਵਗੈਰਾ ਓਕੇ ਆ, ਤੂੰ ਬਾਹਰ ਜਾ, ਤੂੰ ਆਹ ਕੰਮ ਕਰਕੇ ਆ, ਤੂੰ ਇਹ ਕੰਮ ਕਰਕੇ ਆ। ਉਹਨਾਂ ਨੇ ਕਦੇ ਕੋਈ ਫ਼ਰਕ ਸਮਝਿਆ ਹੀ ਨਹੀਂ। ਉਹਨਾਂ ਲਈ ਜੈਂਡਰ ਦਾ ਮਤਲਬ ਕੁਛ ਹੁੰਦਾ ਹੀ ਨਹੀਂ ਹੈ, ਟੂ ਬੀ ਵੈਰੀ ਫਰੈਂਕ। ਤੇ ਉਹੀ ਚੀਜ਼ ਮੇਰੇ ਅੰਦਰ ਆਈ, ਰਾਈਟ। ਤੇ ਮੈਨੂੰ ਇਹ ਸੀ ਕਿ ਮੈਂ ਘਰੇ ਟਿਕ ਕੇ ਨਹੀਂ ਬੈਠਣਾ, ਇੱਕ 4 ਦੀਵਾਰੀ 'ਚ ਕੈਦ ਹੋਣ ਵਾਸਤੇ ਨਹੀਂ ਆ ਮੈਂ। ਤੇ ਮੈਂ ਐਕਸਪਲੋਰ ਕਰਨਾ ਸ਼ੁਰੂ ਕੀਤਾ, ਕੁਛ ਲੱਭਣਾ ਸ਼ੁਰੂ ਕੀਤਾ ਕਿ ਮੈਂ ਮਤਲਬ ਅੱਗੇ ਵਧਾਂ। ਜੋ ਚੀਜ਼ ਉਹਨਾਂ ਨੇ ਮੇਰੇ ਲਈ ਇੰਨਾ ਕੁਛ ਕੀਤਾ, ਮੈਂ ਕਿਉਂ ਨਾ ਕੁਛ ਕਰਾਂ। ਤੇ ਸਿਰਫ ਉਹਨਾਂ ਲਈ ਨਹੀਂ, ਸਿਰਫ ਮੇਰੇ ਪੇਰੈਂਟਸ ਲਈ ਨਹੀਂ, ਮੈਂ ਉਹਨਾਂ ਲੋਕਾਂ ਨਾਲ ਵੀ ਕਰਨਾ ਜੋ ਜੈਸਾ ਮੇਰੇ ਨਾਲ ਹੋ ਰਿਹਾ। ਐਸਾ ਹਰ ਘਰ ਦੀ ਕਹਾਣੀ ਹੈ। ਜਦੋਂ ਕੁੜੀ ਦਾ ਜਨਮ ਹੁੰਦਾ ਇਹੀ ਕੁਛ ਹੁੰਦਾ। ਅੱਜ ਦੇ ਟਾਈਮ ਤੇ ਕਹਿ ਦਿੰਦੇ ਆ ਕਿ ਬਹੁਤ ਜ਼ਿਆਦਾ ਅਵੇਅਰਨੈਸ ਆ ਗਈ ਆ, ਬਟ ਟੂ ਬੀ ਵੈਰੀ ਫਰੈਂਕ ਅਵੇਅਰਨੈਸ ਆਈ ਨਹੀਂ ਆ। ਮੇਰੀ ਸੁਸਾਇਟੀ, ਮੇਰੀ ਸਰਾਊਂਡਿੰਗ ਮੈਨੂੰ ਦੇਖਦੀ ਆ ਸਭ ਕੁਝ ਕਰਦੇ ਹੋਏ, ਬਟ ਉਹ ਫਿਰ ਵੀ ਪਤਾ ਕਿਸ ਨਜ਼ਰ ਨਾਲ ਦੇਖਦੀ ਆ, ਇਹਨਾਂ ਦੀ ਕੁੜੀ ਮੁੰਡਿਆਂ ਵਾਂਗੂ ਕੰਮ ਕਰਦੀ ਆ। ਇਹ ਜਿਹੜਾ ਇੱਕ ਸਪੈਸੀਫਿਕ ਵਰਡ ਹੈ ਨਾ, ਇਹ ਵਰਡ ਖਤਮ ਕਰਨਾ। ਦੁਨੀਆ ਤੇ ਕੁੜੀ ਜਾਂ ਮੁੰਡਾ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਇਨਸਾਨ ਹੋ, ਤੁਸੀਂ ਸਾਹ ਲੈ ਸਕਦੇ ਹੋ, ਤੁਹਾਡੇ ਦਿਮਾਗ ਆ, ਤੁਸੀਂ ਸੋਚ ਸਕਦੇ ਹੋ, ਯੂ ਕੈਨ ਡੂ ਐਨੀਥਿੰਗ, ਦੈਟਸ ਇਟ। ਤੇ ਜਦੋਂ ਮੈਂ ਖੁਦ ਨੂੰ ਐਕਸਪਲੋਰ ਕਰਨਾ ਸ਼ੁਰੂ ਕੀਤਾ, ਮੈਨੂੰ ਇਹ ਸੀ ਕਿ ਵਰਲਡ ਵਾਈਡ ਮੈਂ ਜਾਣਾ। ਚਾਹੇ ਜਨਮ ਇੱਕ ਪਿੰਡ 'ਚ ਹੋਇਆ, ਦੈਟ ਡਜ਼ਨਟ ਮੈਟਰ, ਤੁਹਾਡਾ ਪਿੰਡ 'ਚ ਜਨਮ ਹੋਇਆ ਫਿਰ ਕੀ ਹੋ ਗਿਆ, ਬਟ ਤੁਸੀਂ ਪੂਰਾ ਵਰਲਡ ਤੁਹਾਡੇ ਵਾਸਤੇ ਆ। ਜਿਹੜੇ ਲੋਕ ਸਕਸੈਸਫੁਲ ਹੈ ਉਹ ਲੋਕ ਵੀ ਇਸੇ ਧਰਤੀ ਤੇ ਰਹਿੰਦੇ ਨੇ, ਰਾਈਟ। ਤੇ ਉਹੀ ਚੀਜ਼ ਮੇਰੇ ਅੰਦਰ ਸੀ। ਮੈਂ ਐਕਸਪਲੋਰ ਕਰਨਾ ਸ਼ੁਰੂ ਕੀਤਾ। ਅੱਜ ਤੋਂ ਕਰੀਬ 2 ਸਾਲ ਪਹਿਲਾਂ ਮਤਲਬ ਮੈਨੂੰ ਵਾਫ ਅੰਤਰਪ੍ਰਨੋਰ ਮਿਲਿਆ, ਠੀਕ ਹੈ। ਤੇ ਮੈਂ ਬਿਜ਼ਨਸ 'ਚ ਪੈਰ ਰੱਖਿਆ ਉਹਦੇ ਥਰੂ। ਬੇਸਿਕਲੀ ਅਸੀਂ ਜਿਹੜੇ ਹੈਗੇ ਆ ਯੰਗ ਅੰਤਰਪ੍ਰਨੋਰਸ ਨੂੰ ਅੱਗੇ ਟੀਚ ਕਰਦੇ ਆ, ਉਹਨਾਂ ਨੂੰ ਅੱਗੇ ਗਾਈਡ ਕਰਦੇ ਆ ਕਿ ਉਹ ਕਿੱਦਾਂ 18 ਸਾਲ ਤੋਂ ਬਾਅਦ ਉਹ ਕਿੱਦਾਂ ਆਪਦਾ ਕੈਰੀਅਰ ਸੈਟਅਪ ਕਰ ਸਕਦੇ ਆ, ਕਿੱਦਾਂ ਹਾਇਰ ਲੈਵਲਸ ਨੂੰ ਅਚੀਵ ਕਰ ਸਕਦੇ ਆ, ਰਾਈਟ। ਤੇ ਮੈਂ ਘਰ ਬੈਠ ਕੇ ਆਪਦਾ ਜਿਹੜਾ ਬਿਜ਼ਨਸ ਸੈਟਅਪ ਕੀਤਾ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਖੁਦ 'ਤੇ ਵੀ ਤੇ ਉਹ ਸੋਚ 'ਤੇ ਵੀ, ਜਿਸ ਸੋਚ ਨੇ ਮੈਨੂੰ ਵੱਡਾ ਕੀਤਾ। ਕਿ ਅਗਰ ਇੰਡੀਆ 'ਚ ਗੱਲ ਕੀਤੀ ਜਾਵੇ
ਤਾਂ ਮੋਰ ਦੈਨ 12 ਸਟੇਟਸ ਮੇਰਾ ਬਿਜ਼ਨਸ ਸੈਟਅਪ ਆ। ਤੇ ਅਗਰ ਵਰਲਡ ਵਾਈਡ ਗੱਲ ਕੀਤੀ ਜਾਵੇ ਤਾਂ ਮੋਰ ਦੈਨ 4 ਕੰਟਰੀਜ਼ 'ਚ ਮੇਰਾ ਬਿਜ਼ਨਸ ਸੈਟਅਪ ਆ। ਬਾਕੀ ਅਜੇ ਸ਼ੁਰੂਆਤ ਆ। ਇਹ 4 ਕੰਟਰੀਜ਼ ਤੋਂ 40 ਕੰਟਰੀਜ਼ ਹੋਣਗੇ, 40 ਤੋਂ ਅੱਗੇ ਦੀ ਅੱਗੇ ਇਹ ਤਾਂ ਵੱਧਦੇ ਹੀ ਜਾਣੇ। ਇੱਕ ਚੀਜ਼ ਤੁਸੀਂ ਸੁਣੀ ਹੋਊਗੀ ਕਿ ਕਹਾਣੀਆਂ ਵੀ ਉਹਨਾਂ ਦੀਆਂ ਛਪਦੀਆਂ ਜਿਨ੍ਹਾਂ ਦੀ ਕੋਈ ਕਹਾਣੀ ਹੁੰਦੀ ਆ। ਤੇ ਇੱਦਾਂ ਹੀ ਮੈਨੂੰ ਮੌਕਾ ਮਿਲਿਆ ਜਦੋਂ ਮਤਲਬ ਮੇਰਾ ਕੰਟੈਕਟ ਹੋਇਆ ਫੋਰਬਸ ਨਾਲ। ਤੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਛੋਟੇ ਜਿਹੇ ਏਰੀਆ ਤੋਂ, ਜਿਸ ਪਿੰਡ ਨੂੰ ਸ਼ਾਇਦ ਪੂਰਾ ਪੰਜਾਬ ਵੀ ਨਹੀਂ ਜਾਣਦਾ, ਉਸ ਪਿੰਡ ਤੋਂ ਨਿਕਲ ਕੇ ਫੋਰਬਸ 'ਚ ਮੇਰਾ ਨਾਮ ਜਾਊਗਾ। ਰਾਈਟ, ਫੋਰਬਸ ਨੇ ਮੈਨੂੰ ਫੀਚਰ ਕੀਤਾ, ਮੈਨੂੰ ਬੜਾ ਵਧੀਆ ਲੱਗਿਆ ਤੇ ਉਸ ਚੀਜ਼ ਨੇ ਮੈਨੂੰ ਹੋਰ ਵੀ ਮੋਟੀਵੇਸ਼ਨ ਦਿੱਤੀ ਆ ਅੱਗੇ ਜਾਣ ਦੀ। ਰਾਈਟ, ਤੇ ਜੇ ਮੇਰੀਆਂ ਅਚੀਵਮੈਂਟਸ ਦੀ ਗੱਲ ਕਰੀਏ ਤਾਂ ਅੱਜ ਮੇਰੇ ਮੰਮੀ ਪਾਪਾ ਲਈ ਮੇਰੇ ਪਿੰਡ ਦੇ ਵਿੱਚ ਇੱਕ ਰਾਇਲ ਪੈਲਸ ਬਣ ਰਿਹਾ, ਪ੍ਰੋਪਰ ਪੈਲਸ। ਰਾਈਟ, ਬਟ ਇੱਕ ਚੀਜ਼, ਉਹੀ ਸੁਸਾਇਟੀ ਉਹ ਤਾਂ ਨਹੀਂ ਨਾ ਚੇਂਜ ਹੋ ਸਕਦੀ। ਉਹਨਾਂ ਦੀਆਂ ਉਹੀ ਗੱਲਾਂ ਨੇ। ਪਹਿਲਾਂ ਉਹ ਤਰਸ ਦੀ ਨਿਗਾਹ ਨਾਲ ਦੇਖਦੇ ਸੀ ਕਿ ਇਹਨੇ ਕੀ ਕਰਨਾ, ਹੁਣ ਉਹ ਸਾਡੇ ਨਾਲ ਦੇਖਦੇ ਨੇ ਕਿ 3 ਜੀ ਆ, ਇਹਨਾਂ ਨੇ ਮਹਿਲ ਬਣਾ ਲਿਆ, ਇਹ 1 ਕਮਰਾ ਬਣਾ ਕੇ ਨਹੀਂ ਰਹਿ ਸਕਦੇ ਸੀ, ਇਹ 2 ਕਮਰੇ ਬਣਾ ਕੇ ਨਹੀਂ ਰਹਿ ਸਕਦੇ ਸੀ। ਬਟ ਆਈ ਡੋਂਟ ਕੇਅਰ, ਮੈਂ ਉਹਨਾਂ ਲਈ ਨਹੀਂ ਬਣਾਇਆ। ਜਿਨ੍ਹਾਂ ਲਈ ਮੈਂ ਬਣਾਇਆ ਉਹ ਉਸ ਜਗ੍ਹਾ 'ਤੇ ਐਸ਼ ਕਰ ਰਹੇ ਨੇ, ਮੇਰੇ ਲਈ ਇੰਨਾ ਹੀ ਬਹੁਤ ਆ। ਰਾਈਟ, ਬਸ ਐਂਡ 'ਤੇ ਇੱਕੋ ਹੀ ਚੀਜ਼ ਕਹਿਣੀ ਹੈ, ਕਿਸੇ ਦੀ ਨਾ ਸੁਣੋ। ਤੁਸੀਂ ਲਾਈਫ ਕਿਸੇ ਤੋਂ ਕਿਰਾਏ 'ਤੇ ਲੈ ਕੇ ਨਹੀਂ ਆਏ ਕਿ ਤੁਸੀਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਨੇ। ਜੋ ਤੁਹਾਡਾ ਦਿਲ ਕਹਿੰਦਾ, ਤੁਸੀਂ ਆਪਣੇ ਲਈ ਕੀ ਕਰਨਾ, ਤੁਹਾਡੇ ਡਰੀਮਸ ਕੀ ਨੇ, ਤੁਸੀਂ ਕਿੱਥੇ ਜਾ ਸਕਦੇ ਹੋ, ਕੀ ਤੁਹਾਡੀਆਂ ਕੈਪੇਬਿਲਿਟੀਜ਼ ਆ, ਜਸਟ ਉਹਨਾਂ ਨੂੰ ਪਹਿਚਾਨੋ। ਵਿਰੋਧ ਹੁੰਦਾ ਰਵੇ, ਫਿਰ ਕੀ ਹੋ ਗਿਆ? ਵਿਰੋਧ ਨੂੰ ਅੱਗੇ ਓਵਰਕਮ ਕਰਨ ਵਾਲੇ ਹੀ ਤਾਂ ਅੱਗੇ ਆਉਂਦੇ ਨੇ ਨਾ। ਫਿਰ ਉਹੀ ਚੀਜ਼ ਕਿ ਕਹਾਣੀਆਂ ਵੀ ਉਹਨਾਂ ਦੀਆਂ ਛਪਦੀਆਂ ਜਿਨ੍ਹਾਂ ਦੀ ਕੋਈ ਕਹਾਣੀ ਹੁੰਦੀ ਹੈ, ਤੇ ਤੁਸੀਂ ਆਪਦੀ ਕਹਾਣੀ ਖੁਦ ਲਿਖ ਸਕਦੇ ਹੋ। ਥੈਂਕ ਯੂ। ਤੈਨੂੰ ਸ਼ਰਮ ਨਹੀਂ ਆਉਂਦੀ? 1:30 ਵੱਜ ਗਏ, ਕੁੜੀਆਂ ਕੀ 10 ਵਜੇ ਤੋਂ ਬਾਅਦ ਵੀ ਘਰੋਂ ਬਾਹਰ ਨਿਕਲਦੀਆਂ ਨੇ ਤੇ ਤੂੰ 1:30 ਵਜੇ ਤੇ ਸਟੇਜ ਤੇ। ਧਵਨ ਪਰਿਵਾਰ ਦੀ ਕੁੜੀ ਇਸ ਫੀਲਡ ਵਿੱਚ ਨਹੀਂ ਜਾਏਗੀ। ਧਵਨ ਪਰਿਵਾਰ ਦੀਆਂ ਕੁੜੀਆਂ ਇਦਾਂ ਦੇ ਕੰਮ ਨਹੀਂ ਕਰਦੀਆਂ। ਧਵਨ ਪਰਿਵਾਰ ਦੀਆਂ ਕੁੜੀਆਂ ਛੋਟੇ ਕੱਪੜੇ ਪਾ ਕੇ ਬਾਹਰ ਨਹੀਂ ਜਾਂਦੀਆਂ। ਉਸ ਵਕਤ ਮੇਰੇ ਜਨੂਨ ਨੂੰ, ਮੇਰੇ ਪੈਸ਼ਨ ਨੂੰ ਉਹਨਾਂ ਨੇ ਖਤਮ ਕਰ ਦਿੱਤਾ। ਐਂਕਰਿੰਗ ਨੂੰ, ਜੋ ਕਿੰਨੀਆਂ ਕੁੜੀਆਂ ਦਾ, ਕਿੰਨੇ ਲੋਕਾਂ ਦਾ ਪੈਸ਼ਨ, ਉਹਨਾਂ ਨੂੰ ਇਹ ਕੰਮ, ਮਤਲਬ ਇੱਕ ਗੰਦਗੀ ਵਾਲਾ ਕੰਮ ਉੱਥੇ ਕਰਾਰ ਦਿੱਤਾ। ਸਾਡੇ ਨਾਲ ਆ ਜਾ, ਕਾਫੀ ਪੀਣ ਚੱਲ ਪਏ ਜਾਂ ਰਾਤੀ ਬਾਹਰ ਆ ਜਾ ਤੇ ਤੈਨੂੰ ਸ਼ਾਰਟਕਟ ਮਿਲ ਜਾਏਗਾ ਇੰਡਸਟਰੀ ਦਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।